ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਕੇਂਦਰੀ ਅਸਥਾਨ ਹੈ, ਜਿਸ ਅਸਥਾਨ ਦੇ ਬਾਰੇ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਕਿ ਡਿੱਠੇ ਸਭੇ ਥਾਮ ਨਹੀਂ ਤੁਧ ਜਿਹੇ ਆ। ਕਿ ਮਹਾਰਾਜ ਮੈਂ ਸਾਰੀਆਂ ਥਾਵਾਂ ਵੇਖ ਲਈਆਂ, ਸਾਰੇ ਪਾਸੇ ਵੇਖ ਲਏ ਸੰਸਾਰ ਦੇ ਉੱਪਰ, ਪਰ हे ਗੁਰੂ ਰਾਮਦਾਸ ਪਾਤਸ਼ਾਹ ਤੁਹਾਡੇ ਇਸ ਦਰਬਾਰ ਵਰਗਾ ਕੋਈ ਦਰਬਾਰ ਨਹੀਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਹਾਰਾਜ ਇਹੋ ਜਿਹਾ ਸਥਾਨ ਪੂਰੀ ਦੁਨੀਆ ਤੇ ਕਿਤੇ ਨਹੀਂ। ਕਿਉਂ ਕਿਹਾ? ਕੀ ਕਾਰਨ ਸੀ? ਬਹੁਤ ਸਾਰੇ ਕਾਰਨ ਨੇ। ਜਿਵੇਂ ਇੱਕ ਕਾਰਨ ਇਹ ਕਿ ਇੱਕੋ ਇੱਕ ਗੁਰੂ ਰਾਮਦਾਸ ਪਾਤਸ਼ਾਹ ਦਾ ਦਰਬਾਰ ਐਸਾ ਦਰਬਾਰ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿੱਥੇ 24 ਘੰਟੇ ਤਨ ਦੀ ਖੁਰਾਕ ਤੇ ਮਨ ਦੀ ਖੁਰਾਕ ਦੋਵੇਂ ਮਿਲਦੀਆਂ। ਮਨ ਦੀ ਖੁਰਾਕ ਕੀਰਤਨ ਤੇ ਤਨ ਦੀ ਖੁਰਾਕ ਭੋਜਨ ਤੇ ਭਜਨ, ਇਹ ਦੋਵੇਂ ਚੀਜ਼ਾਂ 24 ਘੰਟੇ ਨੇ ਉੱਥੇ। ਕਿਸੇ ਨੇ ਲੰਗਰ ਪ੍ਰਸ਼ਾਦਾ ਛਕਣਾ ਹੋਵੇ ਤਾਂ ਹਰ ਵੇਲੇ ਉੱਥੇ ਮਿਲਦਾ ਹੈ। ਜੇ ਕਿਸੇ ਨੇ ਆਤਮਿਕ ਖੁਰਾਕ ਮਨ ਦੀ ਖੁਰਾਕ ਲੈਣੀ ਹੋਵੇ ਤਾਂ ਸਾਰਾ ਦਿਨ ਕੀਰਤਨ ਹੁੰਦਾ। ਰਾਤ ਨੂੰ ਵੀ ਜਦੋਂ ਕੀਰਤਨ ਵੀ, ਜਦੋਂ ਗੁਰੂ ਸਾਹਿਬ ਜੀ ਦੇ ਸੁੱਖ ਆਸਣ ਹੁੰਦੇ ਨੇ, ਫਿਰ ਸ਼ਬਦ ਚੌਂਕੀ ਜਥੇ, ਫਿਰ ਸੁਖਮਣੀ ਸਾਹਿਬ ਜੀ ਦੇ ਪਾਠ, ਅੰਦਰ ਵੀ ਜਿਹੜੀ ਸੇਵਾ ਚੱਲਦੀ ਹੈ, ਜਿਹੜੇ ਸਿੰਘ ਅੰਦਰ ਵੀ ਸੇਵਾ ਕਰਦੇ ਨੇ ਇਸ਼ਨਾਨ ਦੀ ਜਾਂ ਸੁੱਕੀ ਸੇਵਾ, ਉਹ ਸਾਰੀ ਸੇਵਾ ਦੇ ਦੌਰਾਨ ਅੰਦਰ ਗੁਰਬਾਣੀ ਸ਼ਬਦ ਕੀਰਤਨ ਚੱਲਦਾ ਹੀ ਰਹਿੰਦਾ ਹੈ। ਤੇ ਪਿਆਰਿਓ, ਐਸਾ ਇੱਕੋ ਇੱਕ ਸਥਾਨ ਹੈ ਜਿੱਥੇ 24 ਘੰਟੇ ਤਨ ਤੇ ਮਨ ਦੀ ਇਹ ਖੁਰਾਕ, ਕਹਿੰਦੇ ਨੇ ਇਹ ਸਥਾਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਪ੍ਰਗਟ ਕੀਤਾ। ਪਰ ਇਹ ਇਤਿਹਾਸ ਵਿੱਚ ਪ੍ਰਾਤਨ ਸਮੇਂ ਤੋਂ ਬਹੁਤ ਇਹਦਾ ਇਤਿਹਾਸ ਹੈ। ਕਹਿੰਦੇ ਨੇ ਵੀ ਗੁਰੂ ਨਾਨਕ ਸਾਹਿਬ ਵੀ ਇਸ ਸਥਾਨ ਤੇ ਆਏ। ਇੱਥੇ ਪੁਰਾਣੇ ਸਮੇਂ 'ਚ ਤਲਾਅ ਸੀ ਤੇ ਮਹਾਰਾਜ ਇੱਥੇ ਆ ਕੇ ਬੈਠ ਗਏ, ਵਿਰਾਜੇ। ਤੇ ਇੱਥੇ ਦਾ ਰਹਿਣ ਵਾਲਾ ਇੱਕ ਭਾਈ ਤਾਰਾ, ਕਹਿੰਦੇ ਉਹ ਗੁਰੂ ਸਾਹਿਬ ਦੇ ਲਈ ਪ੍ਰਸ਼ਾਦ ਬਣਾ ਕੇ ਲਿਆਇਆ ਦੇਸੀ ਘਿਓ ਦਾ। ਤੇ ਜਦੋਂ ਗੁਰੂ ਸਾਹਿਬ ਜੀ ਨੇ ਛਕਿਆ, ਨਾਲ ਭਾਈ ਮਰਦਾਨਾ ਜੀ ਨੇ ਛਕਿਆ, ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਵੀ ਇਹ ਤਾਂ ਅੰਮ੍ਰਿਤ ਭੋਜਨ ਹੈ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿਣ ਲੱਗੇ ਇਹ ਅੰਮ੍ਰਿਤ ਭੋਜਨ ਰਹਿੰਦੀ ਦੁਨੀਆ ਤੱਕ ਇੱਥੇ ਪੂਰੀ ਦੁਨੀਆ ਨੂੰ ਮਿਲਦਾ ਰਹੇਗਾ, ਲੋਕਾਂ ਨੂੰ ਮਿਲਦਾ ਰਹੇਗਾ। ਭਾਵ ਜਿਹੜਾ ਅੱਜ ਆਪਾਂ ਕੜਾ ਪ੍ਰਸ਼ਾਦੀ ਦੇਖ, ਇਹ ਗੁਰੂ ਸਾਹਿਬ ਦੇ ਉਹ ਪ੍ਰਾਤਨ ਸਮੇਂ ਤੋਂ ਹੀ ਬਚਨ ਨੇ। ਫਿਰ ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਅੰਗਦ ਦੇਵ ਪਾਤਸ਼ਾਹ ਵੀ ਇਸ ਸਥਾਨ ਤੇ ਆਉਂਦੇ ਰਹੇ। ਫਿਰ ਗੁਰੂ ਅਮਰਦਾਸ ਪਾਤਸ਼ਾਹ ਵੀ ਇਸ ਸਥਾਨ ਤੇ ਆਉਂਦੇ ਰਹੇ। ਇਹ ਬਹੁਤ ਸਥਾਨ ਪ੍ਰਾਤਨ ਸਮੇਂ ਤੋਂ ਜਪ ਤਪ ਭਗਤੀ ਵਾਲਾ ਹੋਇਆ। ਫਿਰ ਜਦੋਂ ਬੀਬੀ ਰਜਨੀ ਆਈ, ਆਪ ਜੀ ਇਤਿਹਾਸ ਸੁਣਿਆ ਬਹੁਤ ਵਾਰ ਕਿ ਪਿੰਗਲਾ ਪਤੀ ਜਦੋਂ ਉਹਦਾ ਤਨ ਦਾ ਸਰੀਰ ਦਾ ਰੋਗ ਰਾਜੀ ਹੋਇਆ, ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਸ ਸਥਾਨ ਨੂੰ ਪ੍ਰਗਟ ਕੀਤਾ। ਤੇ ਗੁਰੂ ਪਿਆਰਿਓ, ਉਸ ਵੇਲੇ 6 ਨਵੰਬਰ 1573 ਈਸਵੀ ਵਿੱਚ ਸਰੋਵਰ ਦੀ ਖੁਦਾਈ ਆਰੰਭ ਹੋਈ। ਤੇ ਜਿਹੜਾ ਪਹਿਲਾ ਟੱਕ ਸੀ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪ ਆਪਣੇ ਹੱਥੀਂ ਲਾਇਆ। ਤੇ 13 ਸਾਲ ਵਿੱਚ ਇਹ ਸਰੋਵਰ ਦੀ ਜੋ ਸੰਪੂਰਨਤਾ ਹੋਈ, ਸੇਵਾ ਜਿਹੜੀ ਸਾਰੀ ਹੋਈ। ਫਿਰ ਉਸ ਤੋਂ ਬਾਅਦ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜੋ ਨੀਂਹ ਪੱਥਰ ਰਖਵਾਇਆ ਸਾਈਂ ਮੀਆਂ ਮੀਰ ਜੀ ਪਾਸੋਂ 1599 ਈਸਵੀ ਵਿੱਚ, ਜਿਹੜਾ ਕਿ ਜੋ ਫਿਰ 1601 ਦੇ ਵਿੱਚ ਇਹ ਸਾਰੀ ਸੇਵਾ ਸੰਪੂਰਨ ਹੋਈ। ਤੇ ਗੁਰੂ ਪਿਆਰਿਓ, 1 ਸਤੰਬਰ 1604 ਈਸਵੀ ਨੂੰ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਗਿਆ, ਪਹਿਲੇ ਗ੍ਰੰਥੀ ਸਾਹਿਬ ਬਾਬਾ ਬੁੱਢਾ ਸਾਹਿਬ। ਤੇ ਗੁਰੂ ਪਿਆਰਿਓ, ਇਸ ਸਥਾਨ ਦੀਆਂ ਕੁਝ ਐਸੀਆਂ ਖਾਸੀਅਤ ਨੇ, ਨਿਰਾਲੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਕਿ ਸ਼ਾਇਦ ਕਈ ਵਾਰ ਸਾਨੂੰ ਨਹੀਂ ਪਤਾ, ਤੇ ਸਾਨੂੰ ਪਤਾ ਹੋਣਾ ਚਾਹੀਦਾ। ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਦਾ ਦਰਬਾਰ ਸਾਡਾ ਸਿੱਖਾਂ ਦਾ ਕੇਂਦਰੀ ਸਥਾਨ ਹੈ। ਕਹਿੰਦੇ ਨੇ ਵੀ ਦੇਖੋ, ਇੱਕ ਚੀਜ਼ ਜਦੋਂ ਕਿਸੇ ਵੀ ਮੰਦਿਰ, ਮਸੀਤ, ਗੁਰਦੁਆਰੇ ਜਾਓ ਤੇ ਕਹਿੰਦੇ ਭਾਵੇਂ 2 ਪੌੜੀਆਂ 5 ਪੌੜੀਆਂ 7 ਪੌੜੀਆਂ 10 ਪੌੜੀਆਂ ਚੜ੍ਹ ਕੇ ਜਾਣਾ ਪੈਂਦਾ, ਪਰ ਗੁਰੂ ਰਾਮਦਾਸ ਪਾਤਸ਼ਾਹ ਦਾ ਦਰਬਾਰ ਐਸਾ ਦਰਬਾਰ ਹੈ, ਇੱਥੇ ਜਦੋਂ ਆਉਣਾ ਹੋਵੇ ਤੇ ਪੌੜੀਆਂ ਉੱਤਰ ਕੇ ਆਉਣਾ ਪੈਂਦਾ। ਕੀ ਕਾਰਨ? ਇਹ ਕਾਰਨ ਗੁਰੂ ਅਰਜਨ ਦੇਵ ਪਾਤਸ਼ਾਹ ਤੋਂ ਜਦੋਂ ਪੁੱਛਿਆ, ਕਹਿਣ ਲੱਗੇ ਕਿ ਇਹ ਗੁਰੂ ਰਾਮਦਾਸ ਮਹਾਰਾਜ ਦਾ ਦਰ ਐਸਾ ਦਰ ਹੈ ਕਿ ਇਹ ਪੌੜੀਆਂ ਇਸ ਗੱਲ ਦਾ ਇਸ਼ਾਰਾ ਕਰ ਰਹੀਆਂ ਨੇ, ਭਾਈ ਜੇ ਤੂੰ ਗੁਰੂ ਰਾਮਦਾਸ ਪਾਤਸ਼ਾਹ ਕੋਲ ਆਉਣਾ ਹੈ
ਤੇ ਅੰਦਰੋਂ ਨੀਵਾਂ ਹੋ ਕੇ ਆਈ। ਇਹ ਨੀਵੀਆਂ ਉਤਰਦੀਆਂ ਪੌੜੀਆਂ ਇਸ ਗੱਲ ਦਾ ਇਸ਼ਾਰਾ ਨੇ। 4 ਦਰਵਾਜ਼ੇ ਰੱਖੇ ਗੁਰੂ ਸਾਹਿਬ ਨੇ ਕਿ ਕੋਈ ਵੀ ਜਾਤ ਧਰਮ ਦਾ, ਸੂਦ ਵੈਸ ਖੱਤਰੀ ਬ੍ਰਾਹਮਣ ਕੋਈ ਵੀ ਆਵੇ, ਸਾਰਿਆਂ ਨੂੰ ਇੱਥੇ ਸਤਿਕਾਰ ਏ, ਜੀ ਆਇਆਂ ਨੂੰ। ਤੇ ਗੁਰੂ ਪਿਆਰਿਓ ਦੇਖੋ, ਜਦੋਂ ਫਿਰ ਅੰਦਰ ਆਓ ਨਾ, ਭਾਵੇਂ ਅਲੱਗ-ਅਲੱਗ ਧਰਮਾਂ ਦੇ ਦਰਸ਼ਨੀ ਡਿਉੜੀ ਤੇ ਸਾਰੇ ਇੱਕ ਹੋ ਜਾਂਦੇ ਨੇ, ਇਕੱਠੇ ਹੋ ਜਾਂਦੇ ਨੇ। ਤੇ ਦੇਖੋ ਕਿੱਡੀਆਂ ਬਰੀਕੀਆਂ ਨੇ। ਗੁਰੂ ਸਾਹਿਬ ਨੇ ਜਦੋਂ ਦਰਸ਼ਨੀ ਡਿਉੜੀ ਬਣਾਈ ਨਾ ਅੰਦਰ, ਜਿੱਥੇ ਆਪਾਂ ਜਦੋਂ ਪੁੱਲ ਦੇ ਉੱਪਰ ਚੱਲ ਕੇ ਜਾਂਦੇ ਆ, ਉਹ ਦਰਸ਼ਨੀ ਡਿਉੜੀ ਤੋਂ ਅੰਦਰ ਜਿੱਥੇ ਪ੍ਰਕਾਸ਼ ਹੈ ਗੁਰੂ ਸਾਹਿਬ ਦਾ, ਉੱਥੇ ਤੱਕ 84 ਕਦਮ ਨੇ, ਭਾਵੇਂ ਗਿਣ ਲਿਓ। ਤੇ ਉਹ 84 ਕਦਮ ਦਾ ਭਾਵ ਇਹ ਕਿ ਕੋਈ ਵੀ ਭਾਵਨਾ ਨਾਲ ਗੁਰੂ ਰਾਮਦਾਸ ਪਾਤਸ਼ਾਹ ਤੇ ਦਰ ਤੇ ਆਵੇ, ਇੱਕ ਇੱਕ ਕਦਮ ਦੇ ਵਿੱਚ ਉਹਦੀਆਂ ਜੂਨਾਂ ਜਿਹੜੀਆਂ ਨੇ ਕੱਟੀਆਂ ਜਾਣਗੀਆਂ। ਭਾਵ 84 ਲੱਖ ਜੂਨਾਂ ਦੀ ਤੇਰਾ ਇੱਥੇ ਇਹ ਜਨਮ ਮਰਨ ਦੇ ਬੰਧਨ ਕੱਟੇ ਜਾਂਦੇ ਨੇ। ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਗੋਇੰਦਵਾਲ ਸਾਹਿਬ, ਬੋਲੀ ਸਾਹਿਬ 84 ਪੌੜੀਆਂ ਰੱਖੀਆਂ ਤੇ ਵਰ ਦਿੱਤੇ ਕਿ ਇੱਥੇ ਜਿਹੜਾ ਬੈਠ ਕੇ ਬਾਣੀ ਪੜ੍ਹੇਗਾ 84 ਪੌੜੀਆਂ ਤੇ ਉਹਦਾ ਭਲਾ ਹੋਏਗਾ। ਤੇ ਗੁਰੂ ਪਿਆਰਿਓ, ਇਸੇ ਤਰ੍ਹਾਂ ਹੋਰ ਕਈ ਬਰੀਕੀਆਂ ਨੇ। ਜਦੋਂ ਅੰਦਰ ਚਲੇ ਜਾਓ ਨਾ, ਜਿਸ ਜਗ੍ਹਾ ਤੇ ਸੋਨਾ ਲੱਗਾ, ਜਿੱਥੇ ਗੁਰੂ ਸਾਹਿਬ ਦਾ ਅੰਦਰ ਪ੍ਰਕਾਸ਼ ਹੈ ਸੱਚਖੰਡ, ਉਸ ਜਦੋਂ ਜਗ੍ਹਾ ਨੂੰ ਬਣਾਇਆ ਗੁਰੂ ਸਾਹਿਬ ਨੇ, ਤੇ ਇੱਕ ਨੁੱਕਰ ਤੋਂ ਦੂਜੀ ਨੁੱਕਰ ਜਿਹੜੀ ਹੈ ਉਹ 68 ਫੁੱਟ ਹੈ। ਇਹਦਾ ਭਾਵ ਕੀ ਹੈ? ਪੁਰਾਤਨ ਸਮੇਂ 'ਚ 68 ਤੀਰਥਾਂ ਦਾ ਮਹੱਤਵ ਹੁੰਦਾ ਸੀ। ਗੁਰੂ ਸਾਹਿਬ ਨੇ ਕਿਹਾ ਕੋਈ ਭਾਵਨਾ ਨਾਲ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਤੇ ਆ ਜਾਏ ਤੇ ਉਹਨੂੰ 68 ਤੀਰਥਾਂ ਦਾ ਆਉਣ ਦਾ ਇੱਥੇ ਹੀ ਫਲ ਮਿਲ ਜਾਏਗਾ। ਗੁਰੂ ਪਿਆਰਿਓ, ਆਮ ਗੁਰਦੁਆਰਾ ਸਾਹਿਬ ਜਾਓ, ਇੱਕ ਪਰਿਕਰਮਾ ਹੁੰਦੀ ਹੈ, ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਕਹਿੰਦੇ ਨੇ 7 ਪਰਿਕਰਮਾ ਨੇ। ਪਹਿਲੀ ਪਰਿਕਰਮਾ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ, ਜਿਵੇਂ ਆਪਾਂ ਕਿਸੇ ਵੀ ਗੁਰਦੁਆਰੇ ਆਨੰਦ ਕਾਰਜ ਲਾਵਾਂ ਹੁੰਦੀਆਂ, ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ, ਉਸੇ ਤਰ੍ਹਾਂ ਉੱਥੇ ਵੀ ਅੰਦਰ ਸੱਚਖੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ, ਇੱਕ ਪਰਿਕਰਮਾ ਉਹ। ਦੂਜੀ ਪਰਿਕਰਮਾ ਜਦੋਂ ਤੁਸੀਂ ਅੰਦਰ ਜਾਓ ਨਾ, ਜਿੱਥੇ ਜਿਹੜਾ ਜਗ੍ਹਾ ਤੇ ਸੋਨਾ ਸੱਚਖੰਡ ਹੈ, ਉਹ ਅੰਦਰ ਜਦੋਂ ਜਾਓ ਨਾ, ਤੇ ਅੰਦਰ ਵੇਖਿਓ ਇੱਕ ਗੁਫਾਨੁਮਾ ਇੱਕ ਜਗ੍ਹਾ ਬਣੀ ਹੈ ਅੰਦਰ ਹੀ, ਉਹਦੇ ਅੰਦਰ ਵੀ ਇੱਕ ਪਰਿਕਰਮਾ ਉਹ ਗਿਣਦੇ ਨੇ ਵੀ ਦੂਜੀ ਪਰਿਕਰਮਾ ਉਹ ਹੈ। ਤੇ ਤੀਜੀ ਪਰਿਕਰਮਾ ਜਿਹੜੇ ਸੱਚਖੰਡ ਨੂੰ ਸੋਨਾ ਲੱਗਾ, ਜਦੋਂ ਆਪਾਂ ਹਰ ਕੀ ਪੌੜੀ ਤੋਂ ਜਲ ਲੈਂਦੇ ਹਾਂ, ਇੱਕ ਪਰਿਕਰਮਾ ਉਹ ਹੈ। 3 ਪਰਿਕਰਮਾ। ਫਿਰ ਚੌਥੀ ਪਰਿਕਰਮਾ ਉਹ ਗਿਣੀ ਜਾਂਦੀ ਹੈ ਕਿ ਜਿਹੜੀ ਪਰਿਕਰਮਾ ਜਦੋਂ ਸਰੋਵਰ ਦੇ ਨਾਲ ਅਸੀਂ ਚੱਲ ਕੇ ਆਉਂਦੇ ਹਾਂ ਬਾਹਰ, ਤੇ ਸਰੋਵਰ ਦੇ ਨਾਲ ਜਿਹੜੀ ਪਰਿਕਰਮਾ ਹੈ, ਇੱਕ ਪਰਿਕਰਮਾ ਉਹ ਚੌਥੀ। ਪੰਜਵੀਂ ਪਰਿਕਰਮਾ ਕਹਿੰਦੇ ਨੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਨਾਲ ਇੱਕ ਗਲਿਆਰਾ ਬਣਿਆ ਹੋਇਆ, ਤੁਸੀਂ ਦਰਸ਼ਨ ਕੀਤੇ ਹੋਣਗੇ। ਉਸ ਗਲਿਆਰੇ ਦੀ ਪਰਿਕਰਮਾ ਜਿਹੜੀ ਹੈ ਉਹ ਵੀ ਨਾਲ ਬਾਹਰ ਪੂਰੀ ਪਰਿਕਰਮਾ ਹੈ। ਤੇ ਪੰਜਵੀਂ ਪਰਿਕਰਮਾ ਉਹ, ਤੇ 6ਵੀਂ ਪਰਿਕਰਮਾ ਹੈ ਕਿ ਗਲਿਆਰੇ ਦੇ ਨਾਲ ਇੱਕ ਸੜਕ ਚੱਲਦੀ ਹੈ ਬਾਹਰ। ਉਹ ਸੜਕ ਵੀ ਨਾਲ ਪੂਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦੀ ਹੈ। ਤੇ ਗੁਰੂ ਪਿਆਰਿਓ, ਜਿਹੜੀ 7ਵੀਂ ਪਰਿਕਰਮਾ ਹੈ ਨਾ, ਉਹ ਪਰਿਕਰਮਾ ਹੈ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸ਼ਹਿਰ ਵਸਾਇਆ, ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪੂਰੀ ਇੱਕ ਸੜਕ ਹੈ। ਉਹ ਸੜਕ ਪੂਰੀ ਦੀ ਪੂਰੀ ਸੜਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦੀ ਹੈ, ਜਿਹਦੇ ਵਿੱਚ ਹਾਲ ਗੇਟ ਹੈ, ਲਾਹੌਰੀ ਗੇਟ ਹੈ, ਖਜ਼ਾਨਾ ਗੇਟ ਹੈ, ਸੁਲਤਾਨਵਿੰਡ ਗੇਟ ਹੈ, ਚਾਟੀਵਿੰਡ ਗੇਟ ਨੇ। ਇਹ ਜਿੰਨੇ ਗੇਟ ਨੇ, ਇਹ ਸਾਰੇ ਬਾਹਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਹੀ ਇਹ ਵੱਡੀ ਰੋਡ ਜਿਹੜੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦੀ ਹੈ। ਤੇ ਗੁਰੂ ਪਿਆਰਿਓ, ਐਸਾ ਸਾਡਾ ਕੇਂਦਰੀ ਅਸਥਾਨ, ਐਸਾ ਸਾਡਾ ਸੱਚਖੰਡ ਦਾ ਅਸਥਾਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ, ਜਿੱਥੇ ਸੀਸ ਨਿਵਾ ਕੇ ਹਰ ਸਿੱਖ ਆਪਣਾ ਵੱਡੇ ਭਾਗ ਸਮਝਦਾ ਹੈ। ਤੇ ਗੁਰੂ ਪਿਆਰਿਓ, ਆਪਾਂ ਆਪਣੇ ਇਸ ਅਸਥਾਨ ਤੋਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਦੇ ਨਾਲ ਜੁੜੀਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਦੋਂ ਇਹ ਸਾਰੀ ਕਾਰ ਸੇਵਾ ਕਰਵਾਈ, ਤੇ ਗੁਰੂ ਪਿਆਰਿਓ ਇੰਨੀਆਂ ਬਰੀਕੀਆਂ ਸੀ ਕਿ ਜਦੋਂ 4 ਦਰਵਾਜ਼ੇ ਰੱਖੇ, ਤੇ ਗੁਰੂ ਪਿਆਰਿਓ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਜਿਵੇਂ ਗੁੰਬਦ ਬਣਿਆ ਨਾ, ਜਿਵੇਂ ਦੇਖੋ ਕੋਈ ਗੁਰਦੁਆਰਾ ਸਾਹਿਬ ਦਾ ਗੁੰਬਦ ਹੋਵੇ ਤੇ ਬਾਹਰੋਂ ਪਤਾ ਲੱਗ ਜਾਂਦਾ ਹੈ ਕਿ ਇਹ ਗੁਰਦੁਆਰਾ ਹੈ। ਕਿਸੇ ਮੰਦਿਰ ਦਾ ਗੁੰਬਦ ਬਾਹਰੋਂ ਪਤਾ ਲੱਗ ਜਾਂਦਾ ਹੈ ਕਿ ਇਹ ਮੰਦਿਰ ਹੈ, ਇਹ ਮਸਜਿਦ ਹੈ, ਮਸਜਿਦ ਦੇ ਗੁੰਬਦ ਤੋਂ ਪਤਾ ਲੱਗ ਜਾਂਦਾ ਹੈ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਦੋਂ ਕਾਰ ਸੇਵਾ ਕਰਾਈ, ਜਦੋਂ ਗੁੰਬਦ ਵੀ ਬਣਾਇਆ, ਤੇ ਤੁਸੀਂ ਧਿਆਨ ਨਾਲ ਵੇਖਿਓ, ਉਸ ਗੁੰਬਦ ਦੇ ਵਿੱਚ ਤੁਹਾਨੂੰ ਮਸਜਿਦ ਦੇ ਗੁੰਬਦ ਦੀ ਸ਼ੇਪ ਵੀ ਲੱਭੇਗੀ। ਉਸੇ ਗੁੰਬਦ ਦੇ ਵਿੱਚ ਤੁਹਾਨੂੰ ਮੰਦਿਰ ਦੇ ਜੋ ਗੁੰਬਦ ਦੀ ਸ਼ੇਪ ਵੀ ਲੱਭੇਗੀ। ਉਸੇ ਗੁੰਬਦ ਦੇ ਵਿੱਚ ਤੁਹਾਨੂੰ ਗੁਰਦੁਆਰੇ ਦੇ ਗੁੰਬਦ ਦੀ ਸ਼ੇਪ ਵੀ ਲੱਭੇਗੀ। ਕਿਉਂ? ਵੀ ਕਿਤੇ ਇੱਥੇ ਆਉਣ ਵਾਲਾ ਕਿਤੇ ਇਹ ਨਾ ਸਮਝੇ
ਕੋਈ ਹਿੰਦੂ ਵੀਰ ਮੁਸਲਮਾਨ ਕਿ ਕਹਿਣ ਨੂੰ ਤੇ ਇਹ ਸਾਰਿਆਂ ਦਾ ਸਾਂਝਾ, ਪਰ ਗੁੰਬਦ ਗੁਰਦੁਆਰਾ ਸਾਹਿਬ ਦਾ ਬਣਾ ਲਿਆ। ਉਹ ਗੁੰਬਦ ਨੂੰ ਵੀ ਇੰਨੀ ਬਰੀਕੀ ਰੱਖੀ ਕਿ ਉਹ ਗੁੰਬਦ ਵੀ ਜਿਹੜਾ ਬਣਾਇਆ ਗੁਰੂ ਪਿਆਰਿਓ, ਉਹ ਵੀ ਸਾਰਿਆਂ ਦਾ ਸਾਂਝਾ ਬਣਾਇਆ। ਇਸ ਕਰਕੇ ਇਹ ਸਾਂਝਾ ਸਥਾਨ ਹੈ ਤੇ ਦੁਨੀਆ ਦੇ ਵਿੱਚ ਜਿੱਥੇ ਕਿੱਥੇ ਵੀ ਕੋਈ, ਜਿੱਥੇ ਸਿੱਖ ਤਾਂ ਨਤਮਸਤਕ ਹੁੰਦੇ ਨੇ, ਕਿੰਨੇ ਹਿੰਦੂ ਵੀਰ, ਕਿੰਨੇ ਈਸਾਈ, ਕਿੰਨੇ ਮੁਸਲਮਾਨ, ਹਰ ਧਰਮ ਦੇ ਅੱਜ ਇਸ ਅਸਥਾਨ ਤੇ ਆਉਂਦੇ ਨੇ, ਨਤਮਸਤਕ ਹੁੰਦੇ ਨੇ ਔਰ ਝੋਲੀਆਂ ਭਰ ਕੇ ਲੈ ਜਾਂਦੇ ਨੇ। ਗੁਰੂ ਪਿਆਰਿਓ, ਆਪਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਇਸ ਦਰਬਾਰ ਦੀ ਸੋਭਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।